नमस्कार। हाजिर हाँ लैके प्रोग्राम अज दी गल ते अज दी गल दा विषय है नवीं विधियां राही झोने की काश्त सफल या असफल। जदों झोने की फसल की गल करते हैं तो फसल नहीं रह जाती, वो एक साडे वास्ते बहुत वड्डा विषय बन चुका है, खास करके पंजाब लई एक मसला है। वो मसला जिहड़ा साडा नैचुरल रिसोर्सिस जिन्होंने असीं कहने हैं, खास कर पानी, उसके उत्ते बड़ा डूंगा असर पा रहा है। तो साडियां सरकारां निरंतर लगातार ये कोशिश कर रही हैं कि इस फसली दौर चों कढ़िया जाए किसान नूं, ते या फिर नवीं विधियां अपनाईयां जाण। इस दे बाबत गलबात करन लई साडे नाल माहिर मेरे बिल्कुल खब्बे पासे नाल बैठे ने डॉक्टर सुरजीत सिंह जी, खेतीबाड़ी अफसर ने जलंधर, ते उन्हां दे नाल बैठे ने सरदार जोगिंदर सिंह संधू जी, जिहड़े कि उगे पत्रकार ने ते चलंत मामलियां दे माहिर ने। साडे दोनों पैनलिस्ट का बहुत बहुत स्वागत। धन्यवाद जी। गल शुरू करते हैं डॉक्टर सुरजीत सिंह जी कि जदों असीं कहने हैं कि नवीं विधियां राही झोने की काश्त, ये नवीं विधियां की लोड़ ही क्यों पै गई ते किहड़ियां नवीं विधियां ने जिहड़ियां असीं अपनाईयां ने? मैडम क्योंकि बहुत जदों तो भी असीं झोने की काश्त कर रहे हैं, वो शुरू तो जिहड़ी साडी रवायती तरीका वा कद्दू करके झोना लाउण दा ਉਹ ਹੀ ਚੱਲਦਾ ਆ ਰਿਹਾ, ਔਰ ਉਸ ਰਾਹੀਂ ਜਿਹੜਾ ਝੋਨਾ ਅਸੀਂ ਲਾ ਰਹੇ ਹਾਂ ਉਹਦੇ ਵਿੱਚ ਸਾਡਾ ਪਾਣੀ ਦਾ ਜਿਹੜਾ ਪੱਧਰ ਆ ਉਹ ਬਹੁਤ ਜ਼ਿਆਦਾ ਨੀਵਾਂ ਚਲੇ ਗਿਆ, ਕਿਉਂਕਿ ਲਗਾਤਾਰ ਅਸੀਂ ਧਰਤੀ ਹੇਠੋਂ ਪਾਣੀ ਕੱਢੀ ਜਾ ਰਹੇ ਹਾਂ, ਤਾਂ ਉਹ ਜਿਹੜਾ ਰੀਚਾਰਜ ਆ ਸਾਡਾ ਉਹ ਹੋ ਨਹੀਂ ਰਿਹਾ, ਤੇ ਉਸ ਕਰਕੇ ਸਾਡਾ ਜਿਹੜਾ ਪਾਣੀ ਦਾ ਪੱਧਰ ਆ ਉਹ ਬਹੁਤ ਹੀ ਨੀਵਾਂ ਚਲ ਗਿਆ। ਤੇ ਕਿਉਂਕਿ ਪਾਣੀ ਹੀ ਇੱਕ ਮੇਨ ਸਾਡੇ ਕੋਲੇ ਇੱਕ ਰਿਸੋਰਸ ਆ, ਜਿਹੜਾ ਪੰਜਾਬ ਕੋਲੇ ਬੜਾ ਇੱਕ ਵੱਡਾ ਮੁੱਲਾ ਸਾਧਨ ਆ, ਤੇ ਜਿਹਦੇ ਨਾਲ ਸਾਡੀਆਂ ਫਸਲਾਂ ਜਿਹੜੀਆਂ ਉਹ ਹੋ ਰਹੀਆਂ। ਸੋ ਇਸ ਕਰਕੇ ਸਾਨੂੰ ਅਸੀਂ ਇੱਕ ਲੋੜ ਸਮਝੀ ਕਿ ਇੱਕ ਨਵੀਂ ਕੋਈ ਤਕਨੀਕ ਸਾਨੂੰ ਝੋਨਾ ਲਾਉਣ ਦੀ ਮਿਲੇ, ਜਿਹਦੇ ਨਾਲ ਸਾਡੀ ਪਾਣੀ ਦੀ ਜਿਹੜੀ ਉਹ ਬੱਚਤ ਹੋ ਸਕੇ। ਸੋ ਇਸ ਕਰਕੇ ਜਿਹੜੀ ਆਪਣੇ ਹੈਗੀ ਆ ਸਾਡੇ ਸਾਇੰਸਦਾਨਾਂ ਦੀ ਲਗਾਤਾਰ ਮਿਹਨਤ ਸਦਕਾ ਇੱਕ ਨਵੀਂ ਟੈਕਨੋਲੋਜੀ ਜਿਹਨੂੰ DSR ਕਹਿੰਦੇ ਆ, ਡਾਇਰੈਕਟ ਸੀਡਡ ਰਾਈਸ, ਉਹ ਜਿਹੜੀ ਸਾਡੀ ਕਾਫੀ ਚਿਰ ਪਹਿਲਾਂ ਵੀ ਹੋਂਦ ਵਿੱਚ ਆ ਗਈ ਸੀਗੀ, ਬਟ ਉਹ ਪੂਰੀ ਤਰ੍ਹਾਂ ਪਪੂਲਰ ਨਹੀਂ ਹੋਈ। ਔਰ ਪਿਛਲੇ ਸਾਲ ਤੋਂ ਲਗਭਗ ਜਾਂ ਇਸ ਸਾਲ ਤੋਂ ਇਸ ਉੱਤੇ ਕਾਫੀ ਸਰਕਾਰ ਵੱਲੋਂ ਵੀ ਜ਼ੋਰ ਦਿੱਤਾ ਗਿਆ, ਔਰ ਹੁਣ ਕਾਫੀ ਹੱਦ ਤੱਕ ਜਿਹੜੀ ਟੈਕਨੋਲੋਜੀ ਆ ਇਹ ਕਿਸਾਨਾਂ ਤੱਕ ਅਸੀਂ ਲਿਜਾਉਣ ਵਿੱਚ ਕਾਮਯਾਬ ਹੋ ਗਏ ਜੀ। ਸੰਧੂ ਸਾਹਿਬ, ਜਿਵੇਂ ਸੁਰਜੀਤ ਜੀ ਨੇ ਗੱਲ ਕੀਤੀ ਹੈ, ਕਹਿੰਦੇ ਕਿ ਸਰਕਾਰ ਵੱਲੋਂ ਕਾਫੀ ਉਪਰਾਲੇ ਕੀਤੇ ਜਾ ਰਹੇ ਆ, ਪਰ ਜਦੋਂ ਸਰਕਾਰ ਦੇ ਉਪਰਾਲੇ ਤੇ ਅਸੀਂ ਇਹ ਦੇਖੀਏ ਕਿ ਨਵੀਆਂ ਵਿਧੀਆਂ ਕਿੰਨੀਆਂ ਕੁ ਅਪਣਾਈਆਂ, ਡਾਇਰੈਕਟ ਸੀਡਰ ਜਦੋਂ ਇਹਨਾਂ ਨੇ DSR ਦੀ ਗੱਲ ਕੀਤੀ, ਸਿੱਧੀ ਬਿਜਾਈ ਦੀ, ਕਿੱਥੇ ਕਮੀਆਂ ਰਹਿ ਜਾਂਦੀਆਂ ਨੇ ਜਿਹੜਾ ਕਿ ਕਿਸਾਨ ਇਹਨੂੰ ਅਪਣਾ ਨਹੀਂ ਰਿਹਾ? ਕਿਸਾਨਾਂ ਦਾ ਨਾ ਇੱਕ ਸੁਭਾਅ ਬਣ ਚੁੱਕਾ ਹੈ, ਸ਼ੁਰੂ ਤੋਂ ਇੱਕ ਸੁਭਾਅ ਬਣ ਗਿਆ ਹੈ, ਇੱਕ ਪਰੰਪਰਾ ਬਣ ਗਈ ਹੈ, ਜਿਹੜਾ ਟ੍ਰੈਡੀਸ਼ਨ ਹੈ ਉਹਨਾਂ ਦਾ, ਉਹਦੇ ਵਿੱਚੋਂ ਨਿਕਲਣਾ ਸ਼ਾਇਦ ਉਹ ਸਮਝਦੇ ਨੇ ਕਿ ਉਹਨਾਂ ਨੂੰ ਔਖਾ ਲੱਗ ਰਿਹਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਦੇ ਯਤਨ ਅਸਫਲ ਹੋ ਰਹੇ ਨੇ, ਅਸੀਂ ਇਹ ਕਹਿ ਸਕਦੇ ਹਾਂ ਕਿ ਕਿਸਾਨ ਜਿਹੜੀਆਂ ਇਹੋ ਜਿਹੀਆਂ ਤਕਨੀਕਾਂ ਨਵੀਆਂ ਆਉਂਦੀਆਂ ਨੇ ਉਹਨਾਂ ਨਾਲ ਪੂਰੀ ਤਰ੍ਹਾਂ ਅਜੇ ਤੱਕ ਜੁੜ ਨਹੀਂ ਸਕੇ, ਜਿਸ ਕਰਕੇ ਇਹਨਾਂ ਨੂੰ ਭਰਪੂਰ ਹੁੰਗਾਰਾ, ਭਰਮਾ ਹੁੰਗਾਰਾ ਨਹੀਂ ਮਿਲਦਾ। ਉਹਦੇ 2-3 ਕਾਰਨ ਹੈ ਜੀ। ਇੱਕ ਕਾਰਨ ਤਾਂ ਇਹ ਹੈ ਕਿ ਜਿਸ ਢੰਗ ਦੇ ਨਾਲ ਕਿਸਾਨ ਪਹਿਲਾਂ ਖੇਤੀ ਕਰ ਰਿਹਾ ਹੈ, ਉਹਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਮੈਂ ਜਦੋਂ ਖੇਤੀ ਕਰਦਾ ਪਾਣੀ ਵੱਧ ਲੱਗਦਾ ਜਾਂ ਘੱਟ ਲੱਗਦਾ, ਖਾਦ ਵੱਧ ਲੱਗਦੀ ਜਾਂ ਘੱਟ ਲੱਗਦੀ ਹੈ, ਸਪਰੇਅ ਵੱਧ ਲੱਗਦੀ ਹੈ ਜਾਂ ਘੱਟ ਲੱਗਦੀ ਹੈ, ਉਹ ਇਹ ਨਹੀਂ ਸੋਚਦਾ। ਉਹ ਇਹ ਸੋਚਦਾ ਕਿ ਪ੍ਰਤੀ ਹੈਕਟੇਅਰ ਮੇਰਾ ਉਤਪਾਦਨ ਕਿੰਨਾ ਹੈ, ਪ੍ਰਤੀ ਹੈਕਟੇਅਰ ਮੈਨੂੰ ਝਾੜ ਕੀ ਮਿਲਦਾ ਤੇ ਮੇਰੀ ਜੇਬ 'ਚ ਪੈਸੇ ਕਿੰਨੇ ਆਉਂਦੇ ਹੈ, ਉਹ ਇਹ ਸੋਚਦਾ। ਉਹ ਅਗਲਾ ਕਦਮ ਚੁੱਕਣ ਤੋਂ ਹਰ ਵਾਰੀ ਡਰਦਾ ਹੈ ਕਿ ਜੇ ਮੈਂ ਇਹ ਕਦਮ ਚੁੱਕਾਂਗਾ ਤਾਂ ਕੀ ਮੈਨੂੰ ਇੰਨੇ ਪੈਸੇ ਆਉਣਗੇ, ਕੀ ਮੇਰਾ ਇੰਨਾ ਝਾੜ ਹੋਵੇਗਾ, ਮੇਰੀ ਫਸਲ ਜਿਹੜੀ ਆ ਉਹ ਇਸ ਤਰ੍ਹਾਂ ਦੇ ਨਾਲ ਹੋਵੇਗੀ। ਇੱਕ ਤਾਂ ਇਹ ਗੱਲ ਹੈ, ਇਹਦਾ ਮੁੱਖ ਕਾਰਨ ਹੈ ਜਿਹੜਾ, ਕਿਉਂਕਿ ਅਜੇ ਤੱਕ ਅਸੀਂ ਸਮਝਦੇ ਹਾਂ ਕਿ ਸਰਕਾਰੀ ਪੱਧਰ ਦੇ ਉੱਤੇ ਜਾਂ ਖੇਤੀਬਾੜੀ ਵਿਭਾਗ ਦੇ, ਜਿਵੇਂ ਡਾਕਟਰ ਸੁਰਜੀਤ ਜੀ ਬੈਠੇ ਨੇ ਕੋਲ, ਖੇਤੀਬਾੜੀ ਵਿਭਾਗ ਜਿਹੜਾ ਉਹ ਜੇ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਪਿੰਡਾਂ ਦੇ ਵਿੱਚ ਦੂਰ ਦੁਰਾਡੇ ਤੱਕ ਜਾ ਕੇ ਇਸ ਚੀਜ਼ ਨੂੰ ਇੰਨੇ ਵੱਡੇ ਪੱਧਰ ਦੇ ਉੱਤੇ ਪ੍ਰਚਾਰਿਤ ਪ੍ਰਸਾਰਿਤ ਨਹੀਂ ਕਰ ਸਕਿਆ। ਦੂਜੀ ਗੱਲ ਜਿਹੜੀ ਹੈ ਕਿ ਜਿਹੜੀ ਟ੍ਰੈਡੀਸ਼ਨਲ ਖੇਤੀਬਾੜੀ ਹੈ, ਰਵਾਇਤੀ ਖੇਤੀਬਾੜੀ ਹੈ, ਉਹਦੇ ਕਿਸਾਨ ਆਦੀ ਹੋ ਚੁੱਕੇ ਨੇ। ਉਹ ਅੱਖਾਂ ਮੀਟ ਕੇ ਵੀ ਉਹ ਕੰਮ ਕਰ ਲੈਂਦੇ ਨੇ ਕਿ ਪਾਣੀ ਛੱਡਿਆ, ਕੱਦੂ ਕੀਤਾ, ਪਨੀਰੀ ਪੁੱਟੀ, ਲਾਈ ਤੇ ਚੱਲ ਕੰਮ ਨਿਬੜਿਆ ਜੀ। ਜਿਹੜੀ ਇਹ ਖੇਤੀਬਾੜੀ ਹੈ ਇਹਦੇ ਵਿੱਚ ਕੁਝ ਚੀਜ਼ਾਂ, ਜਿਵੇਂ ਆਪਾਂ ਕਿਹਾ ਕਿ ਨਵੀਆਂ ਤਕਨੀਕਾਂ, ਨਵੀਂ ਤਕਨੀਕ ਜਿਹੜੀ ਹੈ ਇਹਦੇ ਵਿੱਚ ਇਹਦਾ ਸਾਰਾ ਸੁਭਾਅ ਉਹਦੇ ਤੋਂ ਉਲਟ ਹੈ। ਸਾਰਾ ਸੁਭਾਅ ਇਹਦਾ ਜਿਹੜਾ ਉਹ ਨਵਾਂ ਹੈ।
ਇਹਦੇ ਲਈ ਬੜਾ ਉਹਨੂੰ ਸੁਚੇਤ ਰਹਿਣਾ ਪੈਂਦਾ ਕਿਸਾਨ ਨੂੰ ਕਿ ਇਹਨੂੰ ਕਦੋਂ ਤੋਂ ਕਦੋਂ ਇਹਦੀ ਕਾਸ਼ਤ ਕਰਨੀ ਹੈ, ਕਦੋਂ ਤੋਂ ਕਦੋਂ ਇਹਨੂੰ ਪਾਣੀ ਦੇਣਾ ਹੈ, ਕਦੋਂ ਤੋਂ ਕਦੋਂ ਇਹਦੇ ਉੱਤੇ ਸਪਰੇਅ ਕਰਨੀ ਹੈ, ਇਹਦੇ ਵਾਸਤੇ ਜ਼ਮੀਨ ਕਿਸ ਤਰ੍ਹਾਂ ਦੀ ਚਾਹੀਦੀ ਹੈ, ਬੀਜ ਇਹਦੇ ਵਾਸਤੇ ਤਿਆਰ ਕਿਵੇਂ ਕਰਨਾ ਹੈ। ਇਹ ਨਹੀਂ ਕਿ ਤੁਸੀਂ ਝੋਨਾ ਚੁੱਕਿਆ ਤੇ ਜਾ ਕੇ ਜ਼ਮੀਨ 'ਚ ਛੱਟਾ ਦੇਤਾ ਤੇ ਉਹ ਜ਼ਮੀਨ ਉੱਗ ਕੇ ਤੇ ਝੋਨਾ ਬਣ ਜਾਏਗਾ। ਇਸ ਤਰ੍ਹਾਂ ਦੀ ਗੱਲ ਨਹੀਂ। ਜ਼ਮੀਨ ਦੇ ਵਿੱਚ ਉਹਦੇ ਅਨੁਸਾਰ ਜਿਸ ਤਰ੍ਹਾਂ ਦੀ ਫਸਲ ਅਸੀਂ ਕਾਸ਼ਤ ਕਰ ਰਹੇ ਹਾਂ, ਆਪਾਂ ਝੋਨੇ ਦੀ ਗੱਲ ਕਰ ਰਹੇ ਹਾਂ, ਚਲੋ ਭਾਵੇਂ ਹੋਰ ਵੀ ਕੋਈ ਫਸਲ ਹੋਵੇ ਜਿਹੜੀ ਇਸ ਵਿਧੀ ਨਾਲ ਬੀਜੀ ਜਾਂਦੀ ਹੈ, ਉਹਨੂੰ ਜ਼ਮੀਨ ਦੇ ਵਿੱਚੋਂ ਉਹਨੇ ਦੋ ਚੀਜ਼ਾਂ ਲੈਣੀਆਂ, ਇੱਕ ਉਹਨੇ ਊਰਜਾ ਲੈਣੀ ਹੈ, ਇੱਕ ਉਸਨੇ ਨਮੀ ਲੈਣੀ ਹੈ। ਸਿਰ ਦੇ ਉੱਤੇ ਪੌਦਾ ਜਿਹੜਾ ਪਲਦਾ ਹੈ ਵੱਡਾ ਹੁੰਦਾ ਹੈ, ਉਹ ਕਿੰਨੀ ਨਮੀ ਚਾਹੀਦੀ ਹੈ, ਉਹਨੂੰ ਪ੍ਰੋਪਰ ਉਹਨੂੰ ਉਨੀ ਨਮੀ ਚਾਹੀਦੀ ਹੈ ਪੌਦੇ ਨੂੰ ਉੱਗਣ ਵਾਸਤੇ। ਉਹਦੇ ਤੋਂ ਬਾਅਦ ਫਿਰ ਅਸੀਂ ਜਿਵੇਂ ਰਵਾਇਤ ਸਾਡੀ ਬਣੀ ਹੈ ਕਿ ਅਸੀਂ ਜਦੋਂ ਮਾੜਾ ਜਿਹਾ ਝੋਨਾ ਤੁਰ ਪਿਆ ਉਹਦੇ ਵਿੱਚ ਛੱਡਤਾ ਪਾਣੀ ਭਰਪੂਰ ਤੇ ਉਸ ਨੂੰ ਭਰ ਦਿੱਤਾ, ਪਰ ਇਹ ਵਿਧੀ ਇੰਨਾ ਪਾਣੀ ਨਹੀਂ ਚਾਹੁੰਦੀ। ਪਰ ਇਦਾਂ ਦੀਆਂ ਜਰਬਾ ਤਕਸੀਮਾਂ ਵਿੱਚ ਪੈਣ ਤੋਂ ਵੀ ਮੈਨੂੰ ਲੱਗਦਾ ਕਿਸਾਨ ਡਰਦੇ ਆ। ਜੀ ਸੁਰਜੀਤ ਜੀ, ਜਿਵੇਂ ਗੱਲ ਕੀਤੀ ਸੰਧੂ ਸਾਹਿਬ ਨੇ, ਤੇ ਉਹ ਫੋਕਸ ਜ਼ਿਆਦਾ ਰਿਹਾ ਵੀ ਕਿਸਾਨ ਦਾ ਫੋਕਸ ਤੇ ਝਾੜ ਤੇ ਹੁੰਦਾ ਹੈ। ਬਿਲਕੁਲ ਜੀ। ਕਿੱਥੇ ਕਮੀ ਰਹਿ ਜਾਂਦੀ ਹੈ ਸਾਡੀਆਂ ਸਰਕਾਰਾਂ 'ਚ, ਜਾਂ ਫਿਰ ਅਸੀਂ ਕਹਿ ਲਈਏ ਵੀ ਸਾਡੇ ਉਹ ਅਦਾਰੇ ਜਿਨ੍ਹਾਂ ਨੇ ਕਿਸਾਨ ਤੱਕ ਪਹੁੰਚਣਾ ਹੈ, ਕਿ ਕਿਸਾਨ ਜਿਹੜਾ ਹੈ ਉਹ ਆਪਣਾ ਰਵਾਇਤੀ ਤਰੀਕਾ ਛੱਡਣ ਨੂੰ ਤਿਆਰ ਨਹੀਂ? ਮੈਡਮ, ਜਿਹੜੀ ਇਹ ਸੰਧੂ ਸਾਹਿਬ ਨਾਲ ਵੀ ਗੱਲ ਕੀਤੀ, ਇਹ ਜਿਹੜਾ DSR ਟੈਕਨੋਲੋਜੀ ਆ, ਇਹਦੇ ਵਿੱਚ ਕਿਉਂਕਿ ਜਦੋਂ ਕਿਸਾਨ ਬਿਜਾਈ ਕਰਦਾ ਤਾਂ ਬਿਜਾਈ ਕਰਨ ਤੋਂ ਅਸੀਂ ਉਹਨੂੰ ਇੱਕ ਛੋਟਾ ਜਿਹਾ ਕਹਿੰਦੇ ਆ ਕਿ ਬਿਜਾਈ ਤੋਂ 21 ਦਿਨ ਤੁਸੀਂ ਇਹਨੂੰ ਪਾਣੀ ਨਹੀਂ ਦੇਣਾ। ਤਰਵੱਤਰ 'ਚ ਜਿਹੜੀ ਬੀਜੀ ਆ, ਜਦੋਂ 21 ਦਿਨ ਉਹਨੂੰ ਪਾਣੀ ਨਹੀਂ ਦਿੰਦਾ ਤਾਂ ਉਹ ਬੂਟਾ ਕੀ ਕਰਦਾ ਕਿ ਉਹਦੀ ਜਿਹੜੀ ਜ਼ਿਆਦਾ ਤਾਕਤ ਆ ਉਹਦੀ ਜੜ ਲੰਬੀ ਕਰਨ ਤੇ ਲੱਗ ਜਾਂਦੀ ਆ। ਉਹਦੀ ਜਾਣੀ ਗਰੋਥ ਜੜ ਵਾਲੇ ਪਾਸੇ ਨੂੰ ਜ਼ਿਆਦਾ ਹੁੰਦੀ ਆ। ਲੰਬੀ ਜੜ ਹੋਏਗੀ ਤਾਂ ਉਹ ਨੀਚੇ ਤੋਂ ਜਿਹੜੇ ਨਿਊਟਰੀਐਂਟ ਆ ਉਹਨੇ ਉਹ ਖਿੱਚਣੇ ਹੁੰਦੇ ਨੇ। ਉਹ ਜਦੋਂ 21 ਦਿਨ ਉਹ ਉੱਪਰੋਂ ਉਹਨੂੰ ਦਿਸਦਾ ਨਹੀਂ ਤੇ ਜ਼ਿਮੀਂਦਾਰ ਨੂੰ ਇਹ ਲੱਗਣ ਲੱਗ ਜਾਂਦਾ, ਫਾਰਮਰ ਨੂੰ, ਕਿ ਸ਼ਾਇਦ ਮੇਰਾ ਇਹ ਝੋਨਾ ਉੱਗਿਆ ਹੀ ਨਹੀਂ। ਉਹਨੂੰ ਕਈ ਵਾਰੀ ਉਹ ਭੁਲੇਖੇ ਵਿੱਚ ਉਹਨੂੰ ਫਟਾਫਟ ਜਾਂ ਵਾਧੇਗਾ, ਜਾਂ ਉਹਨੂੰ ਲਾਗੇ ਕੋਈ ਗਵਾਂਢੀ ਕਿਸੇ ਨੇ ਕਹਿ ਦਿੱਤਾ ਵੀ ਤੇਰਾ ਤਾਂ ਇਹ ਝੋਨਾ ਜਿਹੜਾ ਬਿਲਕੁਲ ਖਰਾਬ ਹੋ ਗਿਆ ਜਾਂ ਉੱਗਣਾ ਹੀ ਨਹੀਂ। ਬਟ ਇਹ ਹੈ ਕਿ ਜਦੋਂ ਅਸੀਂ ਉਹਨਾਂ ਨੂੰ ਇਹ ਸਮਝਾਉਂਦੇ ਹਾਂ ਕਿ ਜਦੋਂ ਤੁਸੀਂ 21 ਦਿਨ ਬਾਅਦ ਇਹਨੂੰ ਪਾਣੀ ਦੇਣਾ, ਇਹਦੀ ਜਿਹੜੀ ਗਰੋਥ ਆ ਬਹੁਤ ਵਧੀਆ ਹੋ ਜਾਣੀ ਆ, ਉੱਪਰ ਨੂੰ ਇਹਨੇ ਗਰੋਥ ਕਰਨੀ ਆ, ਫਿਰ ਉਹ ਖੇਤ ਤੇਰਾ ਸਾਰਾ ਜਿਹੜਾ ਉਹ ਭਰਿਆ ਭਰਾਇਆ ਹੋ ਜਾਣਾ। ਪਰ ਉਹ ਕੁਛ ਕਈ ਜ਼ਿਮੀਂਦਾਰ ਜਿਹੜੇ ਆ ਉਹ ਕਾਲੇ ਪੈ ਜਾਂਦੇ ਆ। ਉਹ ਕਾਲੇ ਕਿਉਂਕਿ ਇਹ ਟੈਕਨੋਲੋਜੀ ਦੇ ਵਿੱਚ ਜਿਹੜਾ ਬੜੇ ਸੰਜਮ ਵਰਤਣ ਦੀ ਲੋੜ ਆ, ਬੜਾ ਤਰੀਕੇ ਨਾਲ ਚੱਲਣ ਦੀ ਲੋੜ ਆ। ਜਦੋਂ ਕਾਲੇ ਪੈਣ ਕਰਕੇ ਉਹ ਫਿਰ ਉਹ ਜਿਹੜਾ ਉਹਨੂੰ ਵਾਹ ਦਿੰਦੇ ਨੇ ਤੇ ਉਹ ਟ੍ਰਾਂਡੀਸ਼ਨਲ ਜਿਹੜਾ ਮੈਥਡ ਜਿਹੜਾ ਜੋ ਰਵਾਇਤੀ ਚੱਲਦਾ ਫਿਰ ਉਹਦੇ ਨਾਲ ਹੀ ਉਹ ਕਰ ਲੈਂਦੇ ਨੇ, ਕਿਉਂਕਿ ਉਹ ਚਿਰਾਂ ਤੋਂ ਕਰ ਰਿਹਾ। ਇਸ ਕਰਕੇ ਟੈਕਨੋਲੋਜੀ ਨੂੰ ਥੋੜਾ ਸੰਜਮ ਨਾਲ ਵਰਤਣ ਦੀ ਲੋੜ। ਜੀ ਸੰਧੂ ਸਾਹਿਬ, ਜਿਵੇਂ ਦੱਸਿਆ ਕਿ ਟ੍ਰੈਡੀਸ਼ਨਲ ਮੈਥਡ ਛੱਡਣ ਨੂੰ ਹੀ ਤਿਆਰ ਨਹੀਂ ਕਿਸਾਨ, ਪਰ ਤੁਸੀਂ ਵੀ ਜਦੋਂ ਜ਼ਿਕਰ ਕੀਤਾ ਗੱਲ ਟ੍ਰੈਡੀਸ਼ਨਲ ਮੈਥਡ ਦੀ ਆਈ ਕਿ ਕਿਸਾਨ ਕਾਹਲਾ ਪੈ ਜਾਂਦਾ। ਕਿਸਾਨ ਜਦੋਂ ਤੋਂ ਖੇਤੀਬਾੜੀ ਤੁਸੀਂ ਕਹਿ ਲਓ ਕਿ ਝੋਨਾ ਕਣਕ ਝੋਨਾ ਡਾਈਵਰਸਿਫਿਕੇਸ਼ਨ ਦੀ ਵੀ ਗੱਲ ਹੋਈ, ਉਹਦੇ ਉੱਤੇ ਵੀ ਅਮਲ ਨਹੀਂ ਹੋਇਆ ਕਿਸੇ ਵੀ ਤਰੀਕੇ ਦੇ ਨਾਲ। ਪਰ ਇਹ ਹੁਣ ਜੇ ਅਸੀਂ ਇਸ ਚੀਜ਼ ਨੂੰ ਵੇਖੀਏ ਕਿ ਪਿੰਡਾਂ ਦੇ ਵਿੱਚ ਪੜ੍ਹ ਗਏ ਨੇ ਬੱਚੇ, ਯੂਥ ਪੜ੍ਹ ਗਿਆ, ਜਿਹੜਾ ਨੌਜਵਾਨ ਕਿਸਾਨ ਆ, ਤੁਹਾਨੂੰ ਨਹੀਂ ਲੱਗਦਾ ਕਿ ਉਹ ਟੈਕਨੋਲੋਜੀ ਤੇ ਨਵੀਆਂ ਚੀਜ਼ਾਂ ਜਿਹੜੀਆਂ ਉਹਨੂੰ ਅਪਣਾਏਗਾ? ਕਿੱਥੇ ਕਮੀ, ਕੀ ਕਮੀ ਹੈ ਕਿ ਉਹ ਵੀ ਆਪਣੇ ਬਾਪ ਦਾਦੇ ਦੀ ਜਿਹੜੀ ਰਵਾਇਤ ਤੁਰੀ ਆ ਰਹੀ ਹੈ ਕਿ ਉੱਤੇ ਹੀ ਕਰ ਰਿਹਾ? ਇਹਦੇ 'ਚ ਮੈਡਮ ਬਹੁਤ ਸਾਰੀਆਂ ਚੀਜ਼ਾਂ ਰਲ ਜਾਂਦੀਆਂ ਨੇ। ਇੱਕ ਕਿਸਾਨ ਦੇ ਪੱਧਰ ਉੱਤੇ ਗੱਲ ਹੈ ਕਿ ਕਿਸਾਨ ਜਿਹੜਾ ਉਹ ਪਹਿਲਾਂ ਕੀ ਬੀਜ ਰਿਹਾ ਹੈ, ਕਿਹੜੀ ਫਸਲ ਬੀਜ ਰਿਹਾ ਹੈ, ਕਿਸ ਢੰਗ ਦੇ ਨਾਲ ਬੀਜ ਰਿਹਾ ਹੈ। ਦੂਜੀ ਗੱਲ ਹੁਣ ਇਹ ਹੈ ਕਿ ਸਾਡੀ ਸਮੱਸਿਆ ਕੀ ਹੈ। ਹੁਣ ਸਾਡੀ ਸਮੱਸਿਆ ਇਹ ਹੈ ਕਿ ਸਾਡਾ ਪਾਣੀ ਬਹੁਤ ਜ਼ਿਆਦਾ ਜਾਇਆ ਜਾ ਰਿਹਾ ਹੈ। ਅਸਲ 'ਚ ਹਕੀਕਤ ਵਿੱਚ ਅਸੀਂ ਕਿਸਾਨ ਨੂੰ ਇਸ ਦੇ ਵਿੱਚੋਂ ਕੱਢਣਾ ਚਾਹੁੰਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਝੋਨੇ ਦੇ ਉੱਤੇ ਪਾਣੀ ਦੀ ਖਪਤ ਘੱਟ ਹੋਵੇ। ਜਿਹੜਾ ਪਾਣੀ ਸਾਡਾ ਧਰਤੀ ਥੱਲੇ ਹਰ ਸਾਲ ਨਿੱਘਰਦਾ ਜਾ ਰਿਹਾ ਹੈ, ਉਹ ਇੰਨਾ ਪਾਣੀ ਨਿੱਘਰੇ ਨਾ ਸਾਡੇ ਕੋਲ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ, ਆਉਣ ਵਾਲੇ ਸਾਲਾਂ ਵਾਸਤੇ ਕੁਛ ਪਾਣੀ ਜਿਹੜਾ ਅਸੀਂ ਉਸ ਨੂੰ ਬਚਾ ਕੇ ਰੱਖੀਏ। ਜੀ ਅਸਲ 'ਚ ਸਾਡਾ ਮਸਲਾ ਜਿਹੜਾ ਇਹ ਆ, ਸਭ ਤੋਂ ਵੱਧ ਗੰਭੀਰ ਮਸਲਾ ਇਹ ਆ, ਜੇ ਸਾਡੇ ਕੋਲ ਕੋਈ ਪਾਣੀ ਦੀ ਸਮੱਸਿਆ ਨਾ ਹੁੰਦੀ, ਪਾਣੀ ਦੀ ਕਿੱਲਤ ਵਰਗੀ ਕੋਈ ਚੀਜ਼ ਜਿਹੜੀ ਆ ਉਹ ਸਾਨੂੰ ਡਰਾਉਂਦੀ ਨਾ ਕਿ ਆਉਣ ਵਾਲੇ ਸਮੇਂ 'ਚ ਸਾਡਾ ਪਾਣੀ ਮੁੱਕ ਜਾਏਗਾ ਪੰਜਾਬ ਦਾ, ਤਾਂ ਸ਼ਾਇਦ ਹੋ ਸਕਦਾ ਕਿ ਨਵੀਆਂ ਵਿਧੀਆਂ ਦੀ ਲੋੜ ਵੀ ਨਾ ਪੈਂਦੀ ਤੇ ਕਿਸਾਨ ਨੂੰ ਜਿਹੜਾ ਕੱਦੂ ਕਰਕੇ ਝੋਨਾ ਲਾਉਂਦਾ, ਉਹ ਪਨੀਰੀ ਬੀਜਦਾ, ਪਨੀਰੀ ਪੁੱਟ ਕੇ ਲਾਉਂਦਾ, ਅਸੀਂ ਉਹ 'ਚੋਂ ਕੱਢਣ ਬਾਰੇ ਵੀ ਨਾ ਸੋਚਦੇ। ਜੀ ਇੱਕ ਗੱਲ ਤਾਂ ਇਹ ਆ। ਦੂਜੀ ਗੱਲ ਇਹ ਆ ਕਿ ਜਦੋਂ ਕਿਸਾਨ ਨੂੰ ਅਸੀਂ, ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਡਾਈਵਰਸੀਫਿਕੇਸ਼ਨ ਦੀ, ਫਸਲੀ ਵਿਭਿੰਨਤਾ ਦੀ ਗੱਲ ਤੁਸੀਂ ਕੀਤੀ ਹੈ। ਹੁਣ ਇੱਕ ਤਾਂ ਇਹ ਆ ਕਿ ਸਿੱਧੀ ਬਿਜਾਈ ਦੇ ਨਾਲ ਕਿਸਾਨ ਨੂੰ ਅਸੀਂ ਝੋਨੇ ਵਿੱਚੋਂ ਬਾਹਰ ਕੱਢਣਾ ਹੈ ਕਿ ਪਾਣੀ ਦੀ ਵਰਤੋਂ ਉਹ ਘੱਟ ਕਰੇ। ਦੂਜੀ ਹੈ ਕਿ ਡਾਈਵਰਸੀਫਿਕੇਸ਼ਨ ਹੈ ਕਿ ਉਹ ਇਹਦੇ ਵਜੋਂ ਕੁਝ ਬਦਲਵੀਆਂ ਫਸਲਾਂ ਨੂੰ ਅਡਾਪਟ ਕਰੇ। ਉਹ ਬਦਲਵੀਆਂ ਫਸਲਾਂ ਕਿਉਂ ਨਹੀਂ ਬੀਜਦਾ ਕਿਸਾਨ?
ਉੱਥੇ ਫਿਰ ਉਹੀ ਗੱਲ ਆ ਜਾਂਦੀ ਪਹਿਲਾਂ ਵਾਲੀ ਕਿ ਕੀ ਜੇ ਮੈਂ ਮੱਕੀ ਬੀਜਾਂਗਾ ਤੇ ਮੈਨੂੰ ਝੋਨੇ ਜਿੰਨੇ ਪੈਸੇ ਮਿਲਣਗੇ, ਜੇ ਮੈਂ ਗੰਨਾ ਲਾਵਾਂਗਾ ਤੇ ਮੈਨੂੰ ਝੋਨੇ ਜਿੰਨੇ ਪੈਸੇ ਮਿਲਣਗੇ, ਜਾਂ ਮੈਂ ਆਲੂ ਲਾਵਾਂਗਾ ਜਾਂ ਸਬਜ਼ੀ ਲਾਵਾਂਗਾ ਕੀ ਮੈਨੂੰ ਉਹਦੇ ਤੋਂ ਇੰਨਾ ਮੁਨਾਫਾ ਹੋਏਗਾ। ਫਿਰ ਇਹ ਆ ਕਿ ਉਹ ਇਹ ਵੀ ਦੇਖਦਾ ਹੈ ਕਿ ਕਿਹੜੀ ਕਿਹੜੀ ਜਿਹੜੀ ਜਿਨਸ ਹੈ, ਕਿਹੜੀ ਕਿਹੜੀ ਫਸਲ ਹੈ, ਉਹਦੇ ਵਾਸਤੇ ਉਹਦੇ ਕੋਲ ਇੱਕ ਗਿਣਿਆ ਮਿਥਿਆ ਸਿਸਟਮ ਹੈ, MSP ਨਿਰਧਾਰਤ ਹੈ ਉਹਦੇ ਕੋਲ ਕੁਝ ਫਸਲਾਂ ਵਾਸਤੇ, ਸਾਰੀਆਂ ਵਾਸਤੇ ਨਹੀਂ ਹੈ। ਉਹਨੂੰ ਪਤਾ ਹੈ ਕਿ ਇੰਨੇ ਏਕੜ ਦੇ ਵਿੱਚੋਂ ਇੰਨਾ ਮੇਰਾ ਝੋਨਾ ਹੋਏਗਾ, ਆਹ ਰੇਟ ਸਰਕਾਰ ਨੇ ਮਿਲ ਦਿੱਤਾ, ਇੰਨੇ ਪੈਸੇ ਮੈਨੂੰ ਮਿਲ ਜਾਣੇ ਆ ਤੇ ਇੰਨੇ ਤਾਂ ਮੇਰੀ ਜੇਬ 'ਚ ਆ ਜਾਣੇ ਆ। ਜੇ ਮੈਂ ਦੂਜੇ ਪਾਸੇ ਕਿਸੇ ਪਾਸੇ ਚਲਾ ਗਿਆ ਮੈਨੂੰ ਇੰਨੇ ਪੈਸੇ ਮਿਲਣਗੇ ਕਿ ਨਹੀਂ। ਇੱਕ ਗੱਲ ਤੀਜੀ ਹੋਰ ਉਹ ਇਹ ਹੈ ਕਿ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੇ ਵਿੱਚ ਕਿਸਾਨ ਨੂੰ ਕਨਵਿੰਸ ਕਰਾਉਣ ਦੀ, ਕਿਸਾਨ ਨੂੰ ਸਮਝਾਉਣ ਦੀ, ਕਿਸਾਨਾਂ ਦੇ ਵਿੱਚ ਪ੍ਰਚਾਰ ਕਰਨ ਦੀ ਜਿਹੜੀ ਹੈ ਨਾ ਉਹ ਵੀ ਘਾਟ ਹੈ। ਅਸੀਂ ਪ੍ਰੋਪਰ ਢੰਗ ਦੇ ਨਾਲ ਉਹਨਾਂ ਨੂੰ, ਹੁਣ ਜਿਸ ਤਰ੍ਹਾਂ ਡਾਕਟਰ ਸਾਹਿਬ ਬੈਠੇ ਨੇ, ਇਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜਾ ਬਹੁਤ ਸਾਰੇ ਥਾਵਾਂ ਦੇ ਉੱਤੇ ਇਸ ਵਾਰੀ ਜਿਹੜਾ ਇਸ ਵਿਧੀ ਦੇ ਨਾਲ ਝੋਨਾ ਜਿਹੜਾ ਉਹਦੀ ਕਾਸ਼ਤ ਕੀਤੀ ਗਈ ਹੈ। ਜੇ ਕਾਸ਼ਤ ਕੀਤੀ ਗਈ ਹੈ, ਮੰਨ ਲਓ ਉਹ ਕੰਪੈਰੇਟਿਵਲੀ ਰਵਾਇਤੀ ਵਿਧੀ ਦੇ ਇਸ ਵਾਰੀ ਉਹਦਾ ਝਾੜ ਉਹਦਾ ਵੱਧ ਨਿਕਲਦਾ ਜਿਹੜੇ ਕਿਸਾਨ ਦਾ, ਤੇ ਅਸੀਂ ਕਿਉਂ ਨਹੀਂ ਪੰਜਾਬ ਦੇ ਜਿੰਨੇ 20-21 ਜ਼ਿਲ੍ਹੇ ਨੇ, ਭਾਵੇਂ ਜ਼ਿਲ੍ਹਿਆਂ ਦੇ ਵਿੱਚੋਂ 10-10 ਕਿਸਾਨ ਲਿਆ ਕੇ ਜਿੱਥੇ ਜਿੱਥੇ ਫਸਲ ਬੀਜੀ ਹੈ ਉੱਥੇ ਉਹਨਾਂ ਦੀ ਜਿਹੜੀਆਂ ਨੁਮਾਇਸ਼ੀ ਮੇਲੇ ਲਾਏ ਜਾਣ, ਉਹਨਾਂ ਨੂੰ ਦਿਖਾਇਆ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਕਿ ਮੇਰਾ ਭਾਈ ਇੰਨਾ ਖਰਚਾ ਆਇਆ ਇਹਦੇ ਉੱਤੇ ਤੇ ਆਹ ਚੀਜ਼ ਜਿਹੜੀ ਹੈ ਮੇਰੀ, ਆਹ ਮੈਨੂੰ ਰਿਜ਼ਲਟ ਮਿਲਿਆ। ਸ਼ਾਇਦ ਅਸੀਂ ਕੁਝ ਕਦਮ ਇਹਦੇ ਉੱਤੇ ਫਿਰ ਅੱਗੇ ਵੱਧ ਸਕਦੇ ਹਾਂ। ਜੀ ਸੰਧੂ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜਾ ਤਰੀਕਾ ਹੈ ਅਪਣਾਇਆ ਗਿਆ ਵਿਧੀ, ਤੇ ਪ੍ਰਸਾਰ ਭਾਰਤੀ ਦੇ ਨੁਮਾਇੰਦਿਆਂ ਨੇ ਮੋਗਾ ਜ਼ਿਲ੍ਹਾ ਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਤੇ ਆਓ ਇੱਕ ਝਾਤ ਮਾਰਦੇ ਹਾਂ ਉੱਥੋਂ ਦੇ ਕਿਸਾਨ ਇਸ ਦੇ ਬਾਰੇ ਕੀ ਕਹਿੰਦੇ ਨੇ। ਜੀ ਪਿਛਲੇ 3 ਸਾਲ ਤੋਂ ਲਗਾਤਾਰ ਜਿਹੜੀ ਸਿੱਧੀ ਬਿਜਾਈ ਕਰ ਰਹੇ ਹਾਂ। ਮਨਸ਼ਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਆਪਣੇ ਤੇ ਬਹੁਤ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬਣ ਰਹੀ ਹੈ, ਜੋ ਕਿ ਪਾਣੀ ਦਾ ਲੈਵਲ ਘਟਦਾ ਜਾ ਰਿਹਾ ਦਿਨ ਬ ਦਿਨ। ਉਸ ਨੂੰ ਸੇਵ ਕਰਨ ਵਾਸਤੇ ਬਹੁਤ ਵਧੀਆ ਤਰੀਕਾ। ਔਰ ਇਸ ਵਾਰ ਵੀ ਦੇਖੋ ਤੁਸੀਂ ਆ ਫਸਲ ਖੜੀ ਹੈ ਸਾਡੀ ਬਹੁਤ ਵਧੀਆ ਸਿੱਧੀ ਬਿਜਾਈ, ਜਿਵੇਂ ਪਹਿਲਾਂ ਅਸੀਂ ਥੋੜ੍ਹੀ ਕਰਕੇ ਦੇਖੀ ਸੀ, ਫਿਰ ਉਦੋਂ ਦੂਜੇ ਸਾਲ ਉਦੋਂ ਵੱਧ ਕੀਤੀ, ਐਤਕੀ ਉਦੋਂ ਵੱਧ ਕੀਤੀ ਤੀਜੇ ਸਾਲ 'ਚ। ਔਰ ਬਹੁਤ ਸੋਹਣਾ, ਕੋਈ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਏਗੀ, ਕਿਉਂਕਿ ਸਾਨੂੰ ਦੇਖ ਰੇਖ ਜੋ ਕਿ ਕਈ ਵਾਰ ਸਮੱਸਿਆ ਆਉਂਦੀ ਹੈ, ਚੂਹੇ ਦੀ ਆਉਂਦੀ ਹੈ, ਉਹਦੇ ਵਾਸਤੇ ਸਾਨੂੰ ਲਗਾਤਾਰ ਜਿਹੜਾ ਕੋਈ ਮਹਿਕਮੇ ਵੱਲੋਂ ਦਿੱਤੀਆਂ ਜਾਂਦੀਆਂ ਦਵਾਈਆਂ ਉਹਨਾਂ ਦੀ ਵਰਤੋਂ ਕਰਦੇ ਹਾਂ। ਔਰ ਬਹੁਤ ਵਧੀਆ ਫਸਲ ਜਿਹੜੀ ਖੜੀ ਹੈ ਸਾਡੇ ਕੋਲੇ। ਔਰ ਅਸੀਂ ਮੇਨ ਜਿਹੜਾ ਮਨਸ਼ਾ ਹੈਗਾ ਸਾਨੂੰ, ਕਿਉਂਕਿ ਪਾਣੀ ਜਿਹੜਾ ਬਚਾਉਣਾ ਬਹੁਤ ਜ਼ਰੂਰੀ ਹੈ, ਔਰ ਪਾਣੀ ਦਾ ਲੈਵਲ ਘਟ ਰਿਹਾ, ਔਰ ਇਹਦੇ ਵਾਸਤੇ ਬਹੁਤ ਵਧੀਆ ਸਾਧਨ ਆ। ਔਰ ਅਸੀਂ ਹੋਰ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਵੀ ਉਹ ਚਾਹੇ ਸਿੱਧੀ ਬਿਜਾਈ ਜਾਂ ਇਹਨੂੰ ਵੱਟਾਂ ਦੇ ਰੂਪ ਦੇ ਵਿੱਚ ਜਿਹੜਾ ਬਣਾ ਕੇ ਝੋਨਾ ਲਾਉਣ, ਤਾਂ ਕਿ ਜਿਹੜਾ ਕੱਦੂ ਤੋਂ ਬਚਣ, ਕਿਉਂਕਿ ਕੱਦੂ ਦੇ ਨਾਲ ਜਿਹੜੀ ਉਹ ਵੱਜਦੀ ਔਰ ਪਾਣੀ ਥੱਲੇ ਜਿਹੜਾ ਰੀਚਾਰਜ ਨਹੀਂ ਹੁੰਦਾ ਆਪਣਾ ਧਰਤੀ ਦਾ, ਉਹਦੇ ਕਰਕੇ ਆਪਣਾ ਬਹੁਤ ਵੱਡਾ ਨੁਕਸਾਨ ਆਉਣ ਵਾਲੇ ਸਮੇਂ 'ਚ ਹੋ ਸਕਦਾ। ਔਰ ਅਸੀਂ ਇਸ ਦੇ ਨਾਲ ਹੀ ਸਰਕਾਰ ਤੋਂ ਵੀ ਮੰਗ ਕਰਾਂਗੇ ਕਿ ਜਿਹੜੇ ਇਹਦਾ ਬਿਜਾਈ ਦਾ ਸਮਾਂ ਜਦੋਂ 10 ਮਈ ਤੋਂ ਬਾਅਦ ਜਿਹੜੇ ਦਿਨ ਹੈਗੇ ਆ, ਉਹਨਾਂ ਦਿਨਾਂ ਦੇ ਵਿੱਚ ਬਿਜਲੀ ਪੂਰੀ ਦੇਣੀ ਚਾਹੀਦੀ ਕਿਸਾਨ ਨੂੰ, ਕਿਉਂਕਿ ਇਸ ਵਾਰ ਵੀ ਜਿਹੜਾ ਬਿਜਾਈ ਦਾ ਹੋ ਸਕਦਾ ਅਸੀਂ ਹੋਰ ਵੀ ਉਦੋਂ ਵੱਧ ਬਿਜਾਈ ਕਰਦੇ, ਪਰ ਬਿਜਲੀ ਨਾ ਮਿਲਣ ਕਰਕੇ ਉਹ ਸਮਾਂ ਲੰਘ ਗਿਆ। ਔਰ ਉਦੋਂ ਬਾਅਦ ਸਾਨੂੰ ਕੁਝ ਝੋਨਾ ਜਿਹੜਾ ਫਿਰ ਉੱਦਾਂ ਲਾਉਣਾ ਪਿਆ, ਕਦੂ ਕਰਕੇ ਲਾਉਣਾ ਪਿਆ। ਔਰ ਇਹਦੇ ਨਾਲ ਨਾਲ ਇਹ ਵੀ ਮੰਗ ਕਰਦੇ ਆ ਵੀ ਜਿਹੜਾ ਕਿਸਾਨ ਨੂੰ ਜਿਹੜੀਆਂ ਹੋਰ ਫਸਲਾਂ ਦੇ ਉੱਤੇ ਜਿਹੜੇ MSP ਆ ਜਿਹੜੀ ਸਹੀ ਢੰਗ ਦੇ ਨਾਲ ਦਿੱਤੀ ਜਾਵੇ, ਤਾਂ ਕਿ ਉਹ ਹੋਰ ਫਸਲਾਂ ਵੱਲ ਧਿਆਨ ਹੋ ਸਕੇ, ਤੇ ਤਾਂ ਵੀ ਪਾਣੀ ਦੀ ਜਿਹੜੀ ਸਾਡੀ ਬਚਤ ਹੋ ਸਕਦੀ, ਕਿਉਂਕਿ ਝੋਨੇ ਦੇ ਵਿੱਚ ਪਾਣੀ ਦੀ ਬਹੁਤ ਖਪਤ ਆ। ਔਰ ਜੇ ਕਿਸਾਨ ਨੂੰ ਹੋਰ ਫਸਲਾਂ ਦਾ ਸਹੀ ਮੁੱਲ ਸਰਕਾਰੀ ਤੌਰ ਤੇ ਮਿਲੂਗਾ ਤਾਂ ਉਹ ਵਾਕਈ ਦੂਜੀ ਫਸਲ ਵੱਲ ਧਿਆਨ ਕਰੂਗਾ ਔਰ ਦੂਜੇ ਪਾਸੇ ਨੂੰ ਇਹਨੂੰ ਮੋਟੀਵੇਟ ਹੋਊਗਾ। ਮੇਰਾ ਨਾਮ ਭੋਲਾ ਸਿੰਘ ਹੈ, ਪਿੰਡ ਲੰਡੇਗੇ। ਸਿੱਧੀ ਬਿਜਾਈ ਦੇ 18 ਕਿੱਲੇ ਬੀਜੇ। ਸਾਨੂੰ ਅੱਗੇ ਇੱਥੇ ਚੂਹਿਆਂ ਦੀ ਸਮੱਸਿਆ ਬਹੁਤ ਆਉਂਦੀ ਸੀਗੀ, ਤੇ ਮਹਿਕਮੇ ਵਾਲੇ ਆਏ ਸੀਗੇ ਅਫਸਰ, ਤੇ ਉਹ ਸਾਨੂੰ ਦਵਾਈ ਦੇ ਕੇ ਗਏ, ਜਿਸ ਤਰ੍ਹਾਂ ਵਰਤਣੀ ਹੈ ਉਵੇਂ ਵਰਤੀ। ਇਸ ਵਾਰ ਸਾਡੇ ਤੋਂ ਚੂਹੇ ਜਮ੍ਹਾਂ ਨਹੀਂ ਪਏ ਤੇ ਝੋਨੇ ਦੀ ਫਸਲ ਬਹੁਤ ਵਧੀਆ ਹੋਈ ਹੈ। ਮੈਂ ਗੁਰਦਾਰਸ਼ਨ ਸਿੰਘ, ਨੰਬਰਦਾਰ ਪਿੰਡ ਲੰਡੇਗੇ ਮੇਰੇ। ਮੈਂ 4-5 ਕਿੱਲੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀਗੀ, ਜਿਹਦੇ ਵਿੱਚ ਕੱਖ ਵੀ ਬਹੁਤ ਘੱਟ ਹੋਇਆ, ਸਪਰੇਅ ਕੀਤੀ ਅਸੀਂ, ਤੇ ਚੂਹੇ ਤਾਂ ਜ਼ਿਆਦਾ ਨੁਕਸਾਨ ਕੀਤਾ। ਮਹਿਕਮੇ ਵਾਲਿਆਂ ਨੇ ਦਵਾਈ ਦਿੱਤੀ ਹੈ ਚੂਹੇ ਨੂੰ, ਉਹ ਪਾਈ ਹੈ, ਹੁਣ ਤੱਕ ਬਾਅਦ ਕਾਫੀ ਕੰਟਰੋਲ ਆ, ਹੁਣ ਅੱਗੇ ਨੂੰ ਘੱਟ ਆ ਚੂਹੇ। ਗਰਮੇਲ ਸਿੰਘ ਬੋਲਦਾ ਜੀ, ਪਿੰਡ ਲੰਡੇਗਾ ਤੋਂ ਜੀ। ਝੋਨੇ ਦੀ ਅਸੀਂ ਸਿੱਧੀ ਬਿਜਾਈ ਕੀਤੀ ਹੈ। ਪਹਿਲਾਂ ਅਸੀਂ 5 ਕਿੱਲੇ ਇੱਕ ਸਾਲ ਬੀਜੇ ਸੀਗੇ ਜੀ, ਹੁਣ ਇਹ ਪਿਛਲੇ ਸਾਲ ਬੀਜੇ 15 ਕਿੱਲੇ, ਐਰਕੀ ਬੀਜੇ 20 ਕਿੱਲੇ ਜੀ। ਤੇ ਇੱਕ ਚੂਹਿਆਂ ਦੀ ਸਮੱਸਿਆ ਆਉਂਦੀ ਸੀ, ਐਰਕੀ ਸਾਡੀ ਉਹ ਵੀ ਪੂਰੀ ਹੋ ਗਈ ਆ। ਤੇ ਬਾਕੀ ਸਾਨੂੰ ਮਸ਼ੀਨ ਦੀ ਹੈਗੀ ਲੋੜ ਜ਼ਰੂਰੀ, ਉਹ ਸਾਨੂੰ ਸਬਸਿਡੀ 'ਤੇ ਮਿਲਣੀ ਚਾਹੀਦੀ ਹੈ। ਕਿਰਾਏ ਦੇ ਵਿੱਚ ਸਾਲ ਪਿੱਛੋਂ ਵਰਤਣੀ ਹੁੰਦੀ ਹੈ, ਤੇ ਕਿਰਾਏ ਦੇ ਵਿੱਚ ਸਾਨੂੰ ਬਹੁਤ ਔਖੀ ਲਿਆਉਣੀ ਹੈ। ਮੇਰਾ ਨਾਮ ਹਰਪ੍ਰੀਤ ਆ, ਪਿੰਡ ਲੰਡੇਗੀ ਆ।
ਸਾਡੇ ਪਹਿਲੇ ਸਿੱਧੀ ਬਿਜਾਈ ਕਰਦੇ ਨੇ 3 ਸਾਲ ਹੋ ਗਏ, ਨਦੀਨ ਅਕਸ ਬਹੁਤ ਹੁੰਦੇ ਜੀ। ਐਰਕੀ ਸਾਨੂੰ ਮਹਿਕਮੇ ਨੇ ਦਵਾਈ ਦੱਸੀ ਆ, ਐਰਕੀ ਸਾਡੇ ਜਮ੍ਹਾਂ ਨਹੀਂ ਹੋਇਆ, ਝੋਨਾ ਵੀ ਵਧੀਆ ਹੋਇਆ। ਮੋਗਾ ਦੇ ਵਿੱਚ ਅਸੀਂ 4500 ਏਕੜ ਤੋਂ ਉੱਪਰ ਰਕਬਾ ਜਿਹੜਾ ਸਿੱਧੀ ਬਿਜਾਈ ਥੱਲੇ ਲੈ ਕੇ ਆਂਦਾ। ਸਾਡੇ ਸਟਾਫ ਨੇ ਬਹੁਤ ਮਿਹਨਤ ਨਾਲ ਜ਼ਿਮੀਂਦਾਰਾਂ ਦੇ ਨਾਲ ਹੋ ਕੇ ਇਹ ਬਿਜਾਈ ਕਰਵਾਈ ਹੈ ਤੇ ਇਹਦੇ ਨਾਲ ਪਾਣੀ ਦੀ ਬਹੁਤ ਬਚਤ ਜਿਹੜੀ ਹੁੰਦੀ ਹੈ। ਇਹੀ ਅਸੀਂ ਜ਼ਿਮੀਂਦਾਰਾਂ ਨੂੰ ਇਹਦੇ ਬਾਰੇ ਹੀ ਅਸੀਂ ਜਾਣਕਾਰੀ ਦੇ ਰਹੇ ਹਾਂ ਜੀ। ਇਹ ਸਨ ਮੋਗੇ ਦੇ ਕੁਝ ਕਿਸਾਨ ਜਿਨ੍ਹਾਂ ਨੇ ਸਿੱਧੀ ਬਿਜਾਈ ਕੀਤੀ ਤੇ ਉਹਨਾਂ ਨੇ ਸਿੱਧੀ ਬਿਜਾਈ ਦੇ ਦਰਪੇਸ਼ ਜਿਹੜੀਆਂ ਮੁਸ਼ਕਲਾਂ ਸੀ ਉਹ ਵੀ ਦੱਸੀਆਂ ਤੇ ਉਹਦੇ ਫਾਇਦੇ ਸਿੱਧੀ ਬਿਜਾਈ ਦੇ ਕੀ ਹੋਏ ਆ, ਕਾਸ਼ਤ ਕਿੰਨੀ, ਉਹਦੇ ਬਾਰੇ ਵੀ ਗੱਲ ਕੀਤੀ। ਡਾਕਟਰ ਸੁਰਜੀਤ ਜੀ, ਇਹਨਾਂ ਦੀ ਗੱਲਬਾਤ ਤੋਂ ਹੀ ਸਵਾਲ ਨਿਕਲਦਾ ਹੈ, ਸਭ ਤੋਂ ਪਹਿਲਾਂ ਤੇ ਇਸ ਵਾਰ ਜਿਹੜਾ ਟਾਰਗੇਟ ਸੀਗਾ ਉਹ ਕੀ ਟਾਰਗੇਟ ਸੀਗਾ? ਮੈਡਮ, ਟਾਰਗੇਟ ਤਾਂ ਸਰਕਾਰ ਨੇ ਕਾਫੀ ਸਾਨੂੰ ਦਿੱਤਾ ਸੀਗਾ, ਲਗਭਗ 20-22 ਲੱਖ ਹੈਕਟੇਅਰ ਦਾ ਸੀਗਾ ਟਾਰਗੇਟ। ਬਟ ਕਿਉਂਕਿ ਇਹ ਜਿਹੜਾ ਅਚੀਵਮੈਂਟ ਆ ਸਾਡੀ ਲਗਭਗ ਜਿਹੜੀ 2,12,000 ਏਕੜ ਦੀ ਸਾਡੇ ਕੋਲ ਪੋਰਟਲ ਦੇ ਉੱਤੇ ਇਸ ਵੇਲੇ ਵੈਰੀਫਾਈ ਹੋ ਚੁੱਕੀ ਆ। ਅਚੀਵਮੈਂਟ ਸਾਡੀ ਉਨੀ ਨਹੀਂ ਹੋ ਸਕੀ। ਉਹਦੇ ਵਿੱਚ ਕਈ ਅਜੇ ਕਾਰਨ ਨੇ। ਉਹਨਾਂ ਵਿੱਚੋਂ ਜਿਹੜਾ ਮੁੱਖ ਕਾਰਨ ਆ ਕਿ ਅਸੀਂ ਕੁਝ ਕਿਸਾਨਾਂ ਨੂੰ, ਸਾਰੇ ਕਿਸਾਨਾਂ ਨੂੰ ਲਗਭਗ ਇਹ ਅਪੀਲ ਕੀਤੀ ਸੀ ਕਿ ਇਹ ਜਿਹੜੀ ਵਿਧੀ ਆ, ਇਹ ਜਿਹੜੀਆਂ ਰੇਤਲੀ ਤੇ ਮਹਿਰਾ ਜ਼ਮੀਨਾਂ ਨੇ ਉਹਨਾਂ ਵਿੱਚ ਨਾ ਅਪਣਾਈ ਜਾਵੇ, ਕਿਉਂਕਿ ਇਹ ਵਿਧੀ ਸਿਰਫ ਦਰਮਿਆਨੀਆਂ ਤੇ ਭਾਰੀ ਜ਼ਮੀਨਾਂ ਵਾਸਤੇ ਹੀ ਕਾਮਯਾਬ ਆ। ਸੋ ਕਈ ਵਾਰੀ ਕਿਸਾਨ ਜਿਹੜੇ ਆ ਉਹ ਕਾਹਲੀ ਦੇ ਵਿੱਚ ਉਹ ਜਿਹੜੀਆਂ ਹਲਕੀਆਂ ਜ਼ਮੀਨਾਂ ਉਹਨਾਂ ਵਿੱਚ ਵੀ ਇਹ ਜਿਹੜੀ ਬਿਜਾਈ ਕਰ ਲੈਂਦੇ ਆ ਤੇ ਉਹਨਾਂ ਵਿੱਚ ਨਦੀਨਾਂ ਦੀ ਸਮੱਸਿਆ ਇੰਨੀ ਕੁ ਜ਼ਿਆਦਾ ਆ ਜਾਂਦੀ ਆ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਇਹਨੂੰ ਜਿਹੜਾ ਵਾ ਉਹ ਵਾਹੁਣਾ ਪੈਂਦਾ। ਇਸ ਕਰਕੇ ਇਹ ਇੱਕ ਵੱਡਾ ਕਾਰਨ ਵੀ ਹੈਗਾ ਸੀ ਕਿ ਜਿਸ ਕਰਕੇ ਜਿਹੜਾ ਟਾਰਗੇਟ ਅਚੀਵ ਜਿਹੜਾ ਬਹੁਤਾ ਨਹੀਂ ਹੋ ਸਕਿਆ। ਕੁਝ ਜਦੋਂ ਆਪਾਂ ਮਈ ਮਹੀਨੇ ਵਿੱਚ ਇਹਦੀ ਬਿਜਾਈ ਹੋ ਰਹੀ ਸੀ, ਉਹਨਾਂ ਦਿਨਾਂ ਵਿੱਚ ਇਸ ਵਾਰ ਟੈਂਪਰੇਚਰ ਬਹੁਤ ਹਾਈ ਸੀ। ਟੈਂਪਰੇਚਰ ਬਹੁਤ ਹਾਈ ਹੋਣ ਕਰਕੇ, ਕੁਝ ਬਿਜਲੀ ਦੀ ਸ਼ਾਰਟੇਜ ਹੋਣ ਕਰਕੇ ਜਿਹੜਾ ਸਮਾਂ ਬੜਾ ਉਹ ਥੋੜ੍ਹਾ ਹੁੰਦਾ ਆਪਣੇ ਕੋਲੇ, ਤੇ ਉਹਦੇ ਵਿੱਚ ਇਹ ਸਾਰਾ ਕੁਝ ਜਿਹੜਾ ਅਰੇਂਜਮੈਂਟ ਪੂਰੇ ਨਾ ਹੋਣ ਕਰਕੇ ਵੀ ਜਿਹੜਾ ਵਾ ਟਾਰਗੇਟ ਦੀ ਬਹੁਤ ਹੀ ਜ਼ਿਆਦਾ ਅਚੀਵਮੈਂਟ ਨਹੀਂ ਹੋ ਸਕੀ। ਤੇ ਜਿਹੜੀ ਵਿਧੀ ਆ ਉਹ ਕਿਸਾਨਾਂ ਤੱਕ ਅਸੀਂ ਕਾਫੀ ਜਿਹੜੀ ਕੋਸ਼ਿਸ਼ ਕੀਤੀ, ਅਸੀਂ ਕੈਂਪ ਵੀ ਲਗਾਏ, ਅਸੀਂ ਦੂਰਦਰਸ਼ਨ ਤੋਂ ਵੀ, ਹੋਰ ਵੀ ਸੋਸ਼ਲ ਮੀਡੀਆ ਤੋਂ ਵੀ, ਜਿੱਥੇ ਜਿੱਥੇ ਵੀ ਸਾਡੀ ਪਹੁੰਚ ਹੋ ਸਕਦੀ, ਅਸੀਂ ਕਿਸਾਨਾਂ ਤੱਕ ਵਿਧੀ ਜਿਹੜੀ ਪੂਰੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਪਹੁੰਚਾਈ ਵੀ ਆ। ਬਟ ਕਿਉਂਕਿ ਅਜੇ ਇਸ ਚੀਜ਼ ਨੂੰ ਕਾਫੀ ਥੋੜ੍ਹਾ ਜਿਹਾ ਜਿਹੜਾ ਸਮਝਣ ਦਾ ਟਾਈਮ ਲੱਗ ਜਾਂਦਾ, ਇਸ ਕਰਕੇ ਥੋੜ੍ਹਾ ਜਿਹਾ ਜਿਹੜਾ ਟਾਰਗੇਟ ਦਾ ਪੂਰਾ ਅਸੀਂ ਅਚੀਵਮੈਂਟ ਨਹੀਂ ਕਰ ਸਕੇ। ਜੀ ਸੰਧੂ ਸਾਹਿਬ, ਜਿਵੇਂ ਡਾਕਟਰ ਸੁਰਜੀਤ ਨੇ ਦੱਸਿਆ ਕਿ ਟਾਰਗੇਟ ਤੇ 20 ਲੱਖ ਤੋਂ ਉੱਪਰ ਸੀ, 20-22 ਲੱਖ, ਪਰ 2 ਲੱਖ ਦੇ ਕਰੀਬ ਹੀ ਇਹ ਅਚੀਵ ਕਰ ਸਕੇ। ਸਰਕਾਰ ਨੇ ਤੇ 1500 ਰੁਪਏ ਪ੍ਰਤੀ ਏਕੜ ਦੇਣ ਦਾ ਵੀ ਇੱਕ ਉਹਨਾਂ ਨੇ ਕੈਂਪੇਨ ਚਲਾਈ ਸੀ ਕਿ ਜਿਹੜਾ ਸਿੱਧੀ DSR ਰਾਹੀਂ ਝੋਨਾ ਲਾਏਗਾ ਅਸੀਂ 1500 ਪ੍ਰਤੀ ਏਕੜ ਦੇਵਾਂਗੇ। ਕੀ ਇਹ ਵੀ ਕਿਸਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਨਹੀਂ ਕਰ ਸਕਿਆ? ਦੇਖੋ, ਜਿਹੜਾ 1500 ਰੁਪਇਆ ਪ੍ਰਤੀ ਏਕੜ ਦਾ ਲਾਲਚ ਹੈ ਉਹ ਤਾਂ ਕਿਸਾਨਾਂ ਨੂੰ ਮੋਟੀਵੇਟ ਨਹੀਂ ਕਰ ਸਕਦਾ ਜੀ, ਕਿਉਂਕਿ ਕਿਸਾਨਾਂ ਨੇ ਓਵਰਆਲ ਉਹਨਾਂ ਨੇ ਦੇਖਣਾ ਕਿ ਸਾਡੀ ਉਪਜ ਕੀ ਹੈ, ਸਾਨੂੰ ਕੀ ਆਉਂਦਾ ਤੇ ਕੀ ਸਾਨੂੰ ਮਿਲੇਗਾ। ਦੂਜੀ ਗੱਲ ਜਿਹੜੀ ਇਹਨਾਂ ਨੇ ਦੱਸਿਆ ਕਿ 20-22 ਲੱਖ ਹੈਕਟੇਅਰ ਦਾ ਟਾਰਗੇਟ ਰੱਖਿਆ ਸੀਗਾ। ਪੰਜਾਬ ਦੇ ਵਿੱਚ ਮੇਰਾ ਖਿਆਲ 30-35 ਲੱਖ ਹੈਕਟੇਅਰ ਟੋਟਲ ਰਕਬਾ ਹੋਣਾ ਜਿਹੜਾ ਝੋਨੇ ਥੱਲੇ ਆ ਜੀ। ਉਹਦੇ ਵਿੱਚੋਂ 20-22 ਲੱਖ ਹੈਕਟੇਅਰ ਦਾ ਜਿਹੜਾ ਇਸ ਸਾਲ ਟਾਰਗੇਟ ਰੱਖਿਆ ਸੀ, ਉਹ ਟਾਰਗੇਟ ਸ਼ਾਇਦ ਬਗੈਰ ਸੋਚੇ ਸਮਝੇ ਰੱਖਿਆ ਗਿਆ, ਕਿਉਂਕਿ ਪਹਿਲੇ ਸਾਲ ਇੰਨਾ ਟਾਰਗੇਟ ਜਿਹੜਾ ਉਹ ਪੂਰਾ ਨਹੀਂ ਹੋ ਸਕਦਾ। ਜੇ ਚੌਥਾ ਹਿੱਸਾ ਵੀ ਅਸੀਂ ਕਰ ਲੈਂਦੇ 30-35 ਲੱਖ ਹੈਕਟੇਅਰ ਦਾ, ਉਹ ਵੀ ਬਹੁਤ ਵੱਡੀ ਗੱਲ ਸੀ। ਅਸੀਂ 10ਵਾਂ ਹਿੱਸਾ ਵੀ ਨਹੀਂ ਕਰ ਸਕੇ, ਉਹਦਾ 10ਵਾਂ ਹਿੱਸੇ ਤੱਕ ਵੀ ਅਸੀਂ ਪੂਰਾ ਨਹੀਂ ਲੈ ਸਕੇ। ਗੱਲ ਸਿਰਫ ਇਹੀ ਆ, ਹੁਣ ਜਿਵੇਂ ਕਿਸਾਨ ਗੱਲ ਕਰ ਰਿਹਾ ਸੀ, ਕਿਤੇ ਕੈਂਪੇਨਿੰਗ 'ਚ ਕਮੀ ਰਹਿ ਗਈ ਹੈ ਸੰਧੂ ਸਾਹਿਬ? ਮੈਂ ਮੈਡਮ ਉਸੇ ਗੱਲ ਤੇ ਆ ਰਿਹਾ। ਜਿਵੇਂ ਇਹ ਹੁਣ ਕਿਸਾਨ ਗੱਲ ਕਰ ਰਹੇ ਸੀ, ਉਹ ਕਹਿੰਦੇ ਕਿਉਂਕਿ ਇਹ ਜਿਹੜੀ ਹੈ ਨਾ, ਇਹ ਹੈਗੀ ਟੈਕਨੀਕਲ ਵਿਧੀ, ਤਕਨੀਕੀ ਵਿਧੀ ਹੈ, ਇਹਦੇ 'ਚ ਤੁਸੀਂ ਅੱਖਾਂ ਮੀਟ ਕੇ ਕਾਸ਼ਤ ਨਹੀਂ ਕਰ ਸਕਦੇ। ਇਹਦੇ ਲਈ ਇੱਕ ਮਿਥਿਆ ਹੋਇਆ ਸਮਾਂ ਹੈ। ਜਦ ਕਿ ਜਿਹੜਾ ਕੱਦੂ ਕਰਕੇ ਝੋਨਾ ਲਾਉਣਾ ਉਹ ਜੂਨ ਦੇ ਵਿੱਚ ਲੱਗਣਾ, 10 ਜੂਨ 15 ਜੂਨ ਤੋਂ ਬਾਅਦ ਲੱਗਣਾ। ਜਿਹੜਾ ਸਿੱਧੀ ਬਿਜਾਈ ਹੈ ਇਹ ਮਈ ਦੇ ਵਿੱਚ ਹੋ ਜਾਣੀ ਹੈ। ਮਈ ਵਿੱਚ ਉਹ ਕਿਸਾਨ ਹੋਣੇ ਕਹਿ ਰਹੇ ਸਾਨੂੰ ਬਿਜਲੀ ਨਹੀਂ ਮਿਲਣੀ, ਨਹੀਂ ਅਸੀਂ ਹੋਰ ਵੀ ਲਾ ਲੈਣਾ ਸੀ। ਇਹ ਪ੍ਰਬੰਧ ਤਾਂ ਸਰਕਾਰ ਨੇ ਕਰਨਾ। ਦੂਜੀ ਗੱਲ ਉਹਨਾਂ ਨੇ ਇਹ ਕਹੀ ਕਿ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ, ਆਪ ਹੀ ਇਹ ਮੰਨ ਰਹੇ ਨੇ ਇਹ ਗੱਲ ਕਿ ਜਿਹੜੀਆਂ ਮਹਿਰਾ ਜ਼ਮੀਨਾਂ ਨੇ, ਜਿਹੜੀਆਂ ਰੇਤਲੀਆਂ ਜ਼ਮੀਨਾਂ ਨੇ, ਜਿਹੜੀਆਂ ਜ਼ਿਆਦਾ ਭੁਰਭੁਰੀਆਂ ਜ਼ਮੀਨਾਂ ਨੇ, ਜਿਨ੍ਹਾਂ ਦੇ ਵਿੱਚ ਚੂਹੇ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਨਦੀਨਾਂ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ, ਸਾਡੇ ਕੋਲ ਤਾਂ ਕੋਈ ਪ੍ਰਬੰਧ ਨਹੀਂ ਅੱਜ ਵੀ। ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਚੀਨ ਦੀ ਅੱਧੇ ਤੋਂ ਵੱਧ ਫਸਲ ਜਿਹੜੀ ਹੈ ਚੂਹੇ ਖਾ ਜਾਂਦੇ ਸੀ, ਔਰ ਅੱਜ ਉੱਥੇ ਚੂਹਾ ਲੱਭਦਾ ਨਹੀਂ, ਦੇਖਣ ਨੂੰ ਸ਼ਕਲ ਨਹੀਂ ਮਿਲਦੀ ਉਹਦੀ। ਸਰਕਾਰਾਂ ਨੂੰ ਗੱਲ ਆਪਾਂ ਜਾਰੀ ਰੱਖਾਂਗੇ। ਡਾਕਟਰ ਸੁਰਜੀਤ ਜੀ ਤੋਂ ਪੁੱਛਦੇ ਹਾਂ, ਜਿਹੜੀਆਂ ਤੁਸੀਂ ਜ਼ਮੀਨਾਂ ਦਾ ਜ਼ਿਕਰ ਕੀਤਾ ਹੈ, ਕੀ ਇਹ ਜਿਹੜਾ ਟਾਰਗੇਟ ਸੀਗਾ 20 ਲੱਖ ਦਾ ਸਿੱਧੀ ਬਿਜਾਈ ਦਾ,
ਇਹ ਸਾਰਾ ਉਹ ਵੰਡ ਕੇ ਮਤਲਬ ਉਲੀਕ ਲਿਆ ਸੀਗਾ, ਕਹਿ ਲਓ ਕਿ ਪੰਜਾਬ ਦੇ ਨਕਸ਼ੇ ਦੇ ਉੱਤੇ ਕਿੱਥੇ ਕਿੱਥੇ ਝੋਨਾ ਲੱਗਦਾ ਤੇ ਉੱਥੋਂ ਤੱਕ ਪਹੁੰਚ ਗਈ ਸੀ ਇਹ ਕੈਂਪੇਨ ਬਿਲਕੁਲ ਮੈਡਮ, ਕਿਹੜੀ ਜ਼ਮੀਨ ਤੇ ਲੱਗੇ ਤੇ ਕਿਹੜੀ ਤੇ ਨਾ ਲੱਗੇ। ਜਿਹੜਾ ਸਾਡਾ 78% ਜਿਹੜਾ ਸਾਡਾ ਰਕਬਾ ਵਾ ਉਹ ਤਰਵੱਤਰ ਵਾਲੀ ਜ਼ਮੀਨ ਦੇ ਉੱਤੇ ਬਿਜਾਈ ਦੇ ਯੋਗ ਆ, ਇਹੋ ਜੀ ਕੋਈ ਗੱਲ ਨਹੀਂ। ਸਾਡੇ ਕੋਲ ਏਰੀਆ ਕਾਫੀ ਸੀਗਾ, ਬਟ ਉਹੀ ਕਿਉਂਕਿ ਅਜੇ ਇਹ ਟਾਈਮ ਜਿਵੇਂ ਸੰਧੂ ਸਾਹਿਬ ਨੇ ਦੱਸਿਆ ਕਿ ਬੜਾ ਸਪੈਨ ਬੜਾ ਛੋਟਾ ਹੁੰਦਾ, ਉਹਦੇ ਵਿੱਚ ਜਿਹੜਾ ਵਾ ਸਾਰੀਆਂ ਅਰੇਂਜਮੈਂਟਸ ਜਿਹੜੇ ਉਹ ਕਰਨੇ ਹੁੰਦੇ ਆ। ਉਹਦੇ ਵਿੱਚ ਬਿਜਲੀ ਵੀ ਉਨੀ ਚਾਹੀਦੀ ਆ। ਇੱਕ ਇਸ ਵਾਰ ਗਰਮੀ ਦੀ ਬਹੁਤ ਜ਼ਿਆਦਾ ਸਮੱਸਿਆ ਸੀ, ਕੁਝ ਜਿਹੜੀਆਂ ਸਹੀ ਨਦੀਨਨਾਸ਼ਕ ਦਵਾਈਆਂ ਸਪਰੇਅ ਕਰਦੇ ਆ ਉਸ ਵੇਲੇ ਜ਼ਿਆਦਾ ਟੈਂਪਰੇਚਰ ਦੇ ਵਿੱਚ ਜੇ ਫਾਰਮਰ ਕਰ ਦਿੰਦਾ ਤਾਂ ਉਹਦਾ ਵੀ ਅਸਰ ਘਟ ਜਾਂਦਾ। ਇਸ ਕਰਕੇ ਇਹਨੂੰ ਬੜਾ ਅਸੀਂ ਕਹਿੰਦੇ ਆ ਕਿ ਜਦੋਂ ਬਿਜਾਈ ਕਰਨੀ ਆ ਉਸੇ ਵੇਲੇ ਹੀ ਸ਼ਾਮ ਨੂੰ ਹੀ ਉਹਦੀ ਸਪਰੇਅ ਹੋਣੀ ਚਾਹੀਦੀ ਆ। ਜੇ ਉਹ ਕਿਤੇ ਦੁਪਹਿਰ ਵੇਲੇ ਸਪਰੇਅ ਕਰਦੇ ਆ ਤਾਂ ਵੋਲਾਟਾਈਲ ਹੋਣ ਕਰਕੇ ਉਹ ਨਹੀਂ ਅਸਰ ਕਰਦੀ। ਸੋ ਇਸ ਕਰਕੇ ਇਹ ਬੜੀ ਤਕਨੀਕੀ ਵਿਧੀ ਸੀਗੀ ਜਿਹਦੇ ਕਰਕੇ ਅਜੇ ਫਾਰਮਰ ਹੌਲੀ ਹੌਲੀ ਇਸ ਨੂੰ ਚੱਲੇਗਾ ਔਰ ਮੈਨੂੰ ਅਸ਼ੋਰ ਹੈ ਕਿ ਏਰੀਆ ਜਿਹੜਾ ਵਾ ਆਉਣ ਵਾਲੇ ਸਮੇਂ 'ਚ ਵਧੇਗਾ। ਜੀ ਸੰਧੂ ਸਾਹਿਬ, ਜਿਵੇਂ ਡਾਕਟਰ ਸੁਰਜੀਤ ਜੀ ਇਹ ਦੱਸ ਰਹੇ ਨੇ ਕਿ ਬਹੁਤ ਸਾਰੀਆਂ ਟੈਕਨੀਕਲ ਪ੍ਰੋਬਲਮਸ ਨੇ, ਤੇ ਇਹ ਤੁਹਾਨੂੰ ਕੀ ਲੱਗਦਾ ਹੈ ਕਿ 20 ਲੱਖ ਦਾ ਜਿਹੜਾ ਟਾਰਗੇਟ ਇਹਨਾਂ ਨੇ ਇਸ ਸਾਲ ਦਾ ਕਿਹਾ ਸੀ, ਇਹ ਕਿੰਨੇ ਕੁ ਟਾਈਮ 'ਚ ਪੂਰਾ ਕਰ ਸਕਦੇ ਔਰ ਇਹਦੇ ਲਈ ਕਿੰਨੀ ਕੁ ਤੇ ਮੁਹਿੰਮ ਵਿੱਢਣੀ ਪੈਣੀ ਹੈ ਪੂਰਾ, ਇਹ ਕਿਸ ਤਰ੍ਹਾਂ ਆਏਗਾ? ਇੱਕ ਮੈਡਮ ਤੁਹਾਡਾ ਸਵਾਲ ਤੇ ਇੱਕ ਡਾਕਟਰ ਸਾਹਿਬ ਦਾ ਜਵਾਬ, ਇਹਦੇ ਵਿੱਚੋਂ ਇੱਕ ਤੀਜਾ ਰਸਤਾ ਹੋਰ ਨਿਕਲਿਆ ਜੀ। ਤੀਜਾ ਰਸਤਾ ਇਹ ਨਿਕਲਿਆ ਕਿ ਸਾਡੇ ਕੋਲ ਸਾਨੂੰ ਪਹਿਲਾਂ ਜਿਹੜਾ ਨਾ ਪੂਰੇ ਪੰਜਾਬ ਦੇ ਵਿੱਚ ਜਿੰਨਾ ਰਕਬਾ ਹੈ ਝੋਨੇ ਥੱਲੇ ਆ, ਸਾਨੂੰ ਉਹਦੀ ਥੋੜੀ ਕਲਾਸੀਫਿਕੇਸ਼ਨ ਕਰਨੀ ਚਾਹੀਦੀ ਹੈ ਕਿ ਇਹਦੇ ਵਿੱਚ ਜਿਹੜੀ ਤਰਵੱਤਰ ਜ਼ਮੀਨ ਆ, ਤਰਵੱਤਰ ਤੋਂ ਭਾਵ ਹੈ ਜਿੱਥੇ ਨਮੀ ਜ਼ਿਆਦੀ ਹੈ ਜੀ, ਜਿੱਥੇ ਨਮੀ ਘੱਟ ਹੈ, ਜਿਹੜੀਆਂ ਖੁਸ਼ਕ ਕਿਸਮ ਦੀਆਂ ਜ਼ਮੀਨਾਂ ਨੇ, ਉਹ ਸਾਡੇ ਕੋਲ ਕਿੰਨਾ ਏਕੜ ਆ ਜਿਹਦੇ ਵਿੱਚ ਫਿਰ ਵੀ ਕਿਸਾਨ ਝੋਨਾ ਹੀ ਲਾਉਂਦੇ ਨੇ, ਭਾਵੇਂ ਉਹ ਖੁਸ਼ਕ ਕਿਸਮ ਦੀਆਂ ਜ਼ਮੀਨਾਂ ਨੇ, ਰੇਤਲੀਆਂ ਜ਼ਮੀਨਾਂ ਨੇ, ਮੈਰਾ ਜ਼ਮੀਨਾਂ ਨੇ, ਉੱਥੇ ਵੀ ਝੋਨਾ ਹੀ ਲਾਉਂਦੇ ਨੇ ਜੀ। ਅਸੀਂ ਕਿਸਾਨਾਂ ਨੂੰ ਉੱਥੇ ਤਾਂ ਫਿਰ ਇਹਦੀ ਸਿਫਾਰਿਸ਼ ਕਰਨ ਦੀ ਸਾਨੂੰ ਲੋੜ ਹੀ ਨਹੀਂ। ਅਸੀਂ ਉਹਨਾਂ ਨੂੰ ਇਹ ਸਿਫਾਰਿਸ਼ ਕਰਦੇ ਹਾਂ ਕਿ ਤੁਸੀਂ ਇੱਥੇ ਇਹ ਫਸਲਾਂ ਬੀਜੋ, ਇਹ ਨਾ ਬੀਜੋ। ਜਿਹੜਾ ਬਾਕੀ ਦਾ ਰਕਬਾ ਸਾਡੇ ਕੋਲ ਹੈ ਉਹ 30-35 ਲੱਖ ਹੈਕਟੇਅਰ ਦੇ ਵਿੱਚੋਂ ਕਿੰਨਾ ਬਚਦਾ 78% ਦੇ ਹਿਸਾਬ ਨਾਲ, ਉਹ ਮੇਰਾ ਖਿਆਲ ਇੰਨਾ ਹੀ ਬਚਦਾ ਹੋਣਾ ਜਿੰਨਾ 20-22 ਲੱਖ ਦਾ ਟਾਰਗੇਟ ਰੱਖਿਆ ਗਿਆ ਸੀਗਾ, ਇੰਨਾ ਕੀ ਬਚਦਾ ਹੋਣਾ। ਉਹਦੇ ਵਿੱਚ ਅਸੀਂ ਉਹਦੀ ਪਛਾਣ ਕਰੀਏ, ਉਹ ਇਲਾਕਾ ਕਿੱਥੇ ਆ, ਕਿਹੜੇ ਕਿਹੜੇ ਜਗ੍ਹਾ ਦੇ ਉੱਤੇ ਆ, ਕਿਹੜੇ ਕਿਹੜੇ ਪਿੰਡਾਂ ਵਿੱਚ ਉਹ ਰਕਬਾ ਆ, ਉਹਨਾਂ ਵਿੱਚ ਅਸੀਂ ਪ੍ਰਚਾਰ ਕਰੀਏ ਕਿ ਇਹ ਫਸਲ ਇੱਥੇ ਬੀਜੋ, ਇੱਥੇ ਇਹ ਫਸਲ ਨਾ ਬੀਜੋ। ਇਹ ਮੁੱਖ ਕੰਮ ਹੈ ਖੇਤੀਬਾੜੀ ਵਿਭਾਗ ਦਾ ਜੀ। ਸਰਕਾਰ ਇਹਦੀ ਪੂਰੀ ਜਿਹੜੀ ਹੈ ਅਗਵਾਈ ਕਰੇ ਔਰ ਖੇਤੀਬਾੜੀ ਵਿਭਾਗ ਨੂੰ ਇਹਦੇ ਵਾਸਤੇ ਪੂਰੀਆਂ ਸਹੂਲਤਾਂ ਦਿੱਤੀਆਂ ਜਾਣ ਕਿ ਉਹ ਪਿੰਡ ਪਿੰਡ ਜਾ ਕੇ ਕਿਸਾਨਾਂ ਤੱਕ ਅਪਰੋਚ ਕਰਕੇ ਉਹਨਾਂ ਨੂੰ ਇਸ ਚੀਜ਼ ਤੋਂ ਜਾਣੂ ਕਰਾਉਣ ਕਿ ਤੁਸੀਂ ਇਸ ਰਕਬੇ ਦੇ ਵਿੱਚ ਇਹ ਝੋਨਾ ਬੀਜਣਾ, ਇਹਦੇ 'ਚ ਇਹ ਫਸਲ ਬੀਜਣੀ, ਇਹਦੇ 'ਚ, ਫਿਰ ਸ਼ਾਇਦ ਅਸੀਂ ਇਹਦੇ 'ਚ ਥੋੜਾ ਜਿਹਾ ਨਿਕਲ ਸਕਦੇ ਹਾਂ। ਡਾਕਟਰ ਸੁਰਜੀਤ ਜੀ, ਕੀ ਤੁਹਾਡੇ ਕੋਲ ਇਹਦੇ ਬਾਬਤ ਕੋਈ ਫੀਡਬੈਕਸ ਆਈ ਹੈ? ਕਿਸਾਨ ਤੁਹਾਡੇ ਕੋਲ ਪਹੁੰਚੇ ਜਿਨ੍ਹਾਂ ਨੇ ਸਿੱਧੀ ਬਿਜਾਈ ਕੀਤੀ ਤੇ ਉਹਨਾਂ ਨੂੰ ਮੁਸ਼ਕਲਾਂ ਆਈਆਂ ਨੇ? ਹਾਂਜੀ ਮੈਡਮ, ਕੁਝ ਸਾਡੇ ਕੋਲ ਕਿਸਾਨਾਂ ਦੇ, ਕਿਉਂਕਿ ਅਸੀਂ ਬੜਾ ਉਹਨਾਂ ਦੇ ਨਾਲ ਕਲੋਜ਼ਲੀ ਰਹਿੰਦੇ ਆ, ਕੁਝ ਕਿਸਾਨ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੂੰ ਕੁਝ ਰਕਬਾ ਵਾਹੁਣਾ ਵੀ ਪੈ ਗਿਆ। ਉਹਦੇ ਵਿੱਚ ਜ਼ਿਆਦਾਤਰ ਜਿਹੜੀ ਸਮੱਸਿਆ ਉਹ ਨਦੀਨਾਂ ਦੀ ਆਈ ਆ। ਸੋ ਕਈ ਵਾਰੀ ਨਦੀਨ ਜਿਹੜੇ ਨਾ ਕੰਟਰੋਲ ਹੋਣ ਕਰਕੇ ਜਿਹੜੀ ਆ ਉਹ ਜਿਹੜਾ ਏਰੀਆ ਥੋੜਾ ਬਹੁਤਾ ਉਹਨਾਂ ਨੂੰ ਵਾਹੁਣਾ ਪੈ ਜਾਂਦਾ। ਅਦਰਵਾਈਜ਼ ਜੇ ਨਦੀਨ ਕੰਟਰੋਲ ਹੋ ਜਾਂਦੇ ਆ ਤਾਂ ਫਿਰ ਲਗਭਗ ਜਿਹੜਾ ਫਸਲ ਹੈ ਜਿਹੜੀ ਉਹ ਕਾਮਯਾਬ ਹੋ ਰਹੀ ਆ। ਇਹੋ ਜਿਹੀ ਬਿਲਕੁਲ ਸਹੀ ਡਾਕਟਰ ਸੁਰਜੀਤ ਜੀ, ਤੁਹਾਡੀ ਗੱਲ ਦੇ ਨਾਲ ਸਹਿਮਤ ਹੈ। ਅਸੀਂ ਕਹਿ ਸਕਦੇ ਹਾਂ ਕਿ ਸਰਕਾਰਾਂ ਸਾਨੂੰ ਸਭ ਨੂੰ ਤੇ ਕਿਸਾਨਾਂ ਨੂੰ ਸਭ ਨੂੰ ਰਲ ਕੇ ਹੰਬਲਾ ਮਾਰਨਾ ਪਏਗਾ, ਤਾਂ ਹੀ ਅਸੀਂ ਸਿੱਧੀ ਬਿਜਾਈ ਝੋਨੇ ਦੀ ਕਾਸ਼ਤ ਨਵੀਆਂ ਵਿਧੀਆਂ ਨਾਲ ਸਫਲ ਕਰ ਸਕਾਂਗੇ ਪਾਣੀ ਨੂੰ ਬਚਾਉਣ ਵਾਸਤੇ। ਆਪ ਸਭ ਨੂੰ ਇਸ ਜਾਣਕਾਰੀ ਤੋਂ ਜ਼ਰੂਰ ਫਾਇਦਾ ਹੋਏਗਾ, ਲਾਭ ਹੋਏਗਾ। ਇੱਥੇ ਆਏ ਪੈਨਲਿਸਟ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਨਮਸਕਾਰ।